ਹੈਲੋ एवरीवन ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ CBC ਦੇ ऑफिशियल YouTube ਚੈਨਲ ਦੇ ਉੱਪਰ। ਮੈਂ ਤੁਹਾਡਾ ਆਪਣਾ ਰਵੀ ਸਰ CBC ਅਬੋਰ ਤੋਂ। ਅੱਜ ਅਸੀਂ ਡਿਸਕਸ ਕਰਾਂਗੇ ਜੀ ਮਾਡਰਨ ਹਿਸਟਰੀ ਦਾ ਸਪੈਕਟਰਮ ਬੁੱਕ ਦੀ ਸਮਰੀ ਬਣਾ ਰਹੇ ਹਾਂ। ਇਹ ਸੀਰੀਜ਼ ਅਸੀਂ ਕੱਲ ਸਟਾਰਟ ਕੀਤੀ ਸੀ। ਇਹਦਾ ਫਸਟ ਲੈਕਚਰ ਮੈਂ ਅਪਲੋਡ ਕੀਤਾ ਸੀ ਕੱਲ, ਤੇ ਅੱਜ ਇਹਦਾ ਸੈਕਿੰਡ ਪਾਰਟ ਅਸੀਂ ਡਿਸਕਸ ਕਰਾਂਗੇ। ਤੁਹਾਨੂੰ ਪਤਾ ਹੈ ਜੀ ਇਸ ਦੇ ਯੂਨਿਟ 3rd ਤੋਂ ਅਸੀਂ ਸਟਾਰਟ ਕੀਤਾ ਹੈ ਐਡਵੈਂਟ ਆਫ ਯੂਰੋਪੀਅਨਸ, ਠੀਕ ਹੈ ਜੀ। ਤੇ ਇਸ ਦੇ ਵਿੱਚ ਅਸੀਂ 3 ਟੌਪਿਕ ਇਹਦੇ ਵਿੱਚ ਦੇਖਾਂਗੇ। ਅੱਜ ਅਸੀਂ ਕੀ ਡਿਸਕਸ ਕਰਨ ਵਾਲੇ ਹਾਂ, ਤੇ ਉਸ ਨੂੰ ਮੈਂ ਡਿਸਕਸ ਕਰਨ ਤੋਂ ਪਹਿਲਾਂ ਜਿਹੜੇ ਸਟੂਡੈਂਟ ਇਸ ਚੈਨਲ ਦੇ ਉੱਪਰ ਇਸੇ ਵੀਡੀਓ ਨੂੰ ਵੇਖ ਰਹੇ ਨੇ ਤੇ ਉਹ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣ, ਤਾਂ ਕਿ ਇਸੇ ਤਰ੍ਹਾਂ ਦੀ ਫਰਦਰ ਵੀਡੀਓਜ਼ ਤੁਹਾਡੇ ਤੱਕ ਸਾਰਿਆਂ ਤੱਕ ਪਹੁੰਚਦੀਆਂ ਰਹਿਣ। ਇਸ ਦੀ ਜਿਹਨੇ PDF ਲੈਣੀ ਹੋਵੇ ਉਹ ਸਾਡੇ ਜਿਹੜੇ WhatsApp ਗਰੁੱਪਸ ਨੇ ਉਹਦੇ ਵਿੱਚ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ, ਉਸ ਨੂੰ ਤੁਸੀਂ ਜੁਆਇਨ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਇਹ PDFs ਨਾਲ ਦੀ ਨਾਲ ਪਹੁੰਚਦੀ ਮਿਲ ਜਾਣਗੀਆਂ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਤੁਹਾਨੂੰ ਜਿਹੜਾ ਪ੍ਰੀਵੀਅਸ ਲੈਕਚਰ ਸੀਗਾ ਤਾਂ ਉਹਦੀ ਸਟੋਰੀ ਨੂੰ ਥੋੜ੍ਹਾ 2-3 ਮਿੰਟਾਂ ਦੇ ਵਿੱਚ ਇੱਥੇ ਡਿਸਕਸ ਕਰ ਦੇਵਾਂ, ਫਿਰ ਮੈਂ ਆਪਣੇ ਇਸ ਲੈਕਚਰ ਨੂੰ ਕੰਟੀਨਿਊ ਕਰੂੰਗਾ। ਤੁਹਾਨੂੰ ਦੱਸਿਆ ਸੀਗਾ ਮੈਂ ਕੱਲ ਜੀ, ਕਿਉਂਕਿ ਰੋਮਨ ਅੰਪਾਇਰ ਸੀਗਾ ਉਹਦੇ ਨਾਲ ਸਾਡਾ ਏਸ਼ੀਅਨ ਟਾਈਮ ਤੋਂ ਵਪਾਰ ਚੱਲ ਰਿਹਾ ਸੀਗਾ ਇੰਡੀਆ ਦੇ ਵਿੱਚ। ਉਹ ਸਪਾਈਸਿਸ ਲੈਣ ਇੰਡੀਆ ਦੇ ਵਿੱਚ ਆਉਂਦੇ ਸੀਗੇ। ਰੋਮਨ ਅੰਪਾਇਰ ਡਿਕਲਾਈਨ ਕਰ ਗਿਆ, ਕਿਉਂਕਿ ਕਾਰਨ ਕੀ ਸੀਗਾ, ਤੁਰਕ ਜਿਹੜੇ ਲੋਕ ਸੀਗੇ, ਅਰਬ ਲੋਕਾਂ ਨੇ ਆਪਣੇ ਇਸ ਏਰੀਆ ਨੂੰ ਕੈਪਚਰ ਕਰ ਲਿਆ, ਅਰਬ ਸਾਈਡ ਵਾਲੇ ਏਰੀਆ ਨੂੰ। ਤੇ ਜਿਹੜੇ ਯੂਰੋਪੀਅਨਸ ਕਿਉਂਕਿ ਲੈਂਡ ਰੂਟਸ ਤੋਂ ਆਉਂਦੇ ਸੀਗੇ, ਇਹਨਾਂ ਨੂੰ ਸਮੁੰਦਰੀ ਰਸਤਿਆਂ ਦੇ ਬਾਰੇ ਨਹੀਂ ਪਤਾ ਸੀਗਾ ਪਹਿਲੇ ਪੁਰਾਣੇ ਟਾਈਮ ਦੇ ਵਿੱਚ, ਤਾਂ ਇਹਨਾਂ ਵਾਸਤੇ ਜਿਹੜੇ ਮਰਚੈਂਟ ਸੀਗੇ ਅਰਬ ਦੇ, ਇਹਨਾਂ ਨੇ ਬਹੁਤ ਜ਼ਿਆਦਾ ਮੁਨਾਫਾ ਕਮਾਉਣਾ ਸਟਾਰਟ ਕਰ ਦਿੱਤਾ ਸੀਗਾ। ਜਿਸ ਤੋਂ ਤੰਗ ਹੋ ਕੇ ਜਿਹੜੇ ਯੂਰੋਪੀਅਨ ਸੀਗੇ ਇਹਨਾਂ ਨੇ ਕੀ ਕੀਤਾ ਜੀ, ਇੰਡਸਟਰੀਲਾਈਜੇਸ਼ਨ ਕਰਨਾ ਸਟਾਰਟ ਕਰਤਾ। ਇਕਨੋਮਿਕ ਡਿਵੈਲਪਮੈਂਟ ਹੋਈ, ਨਵੇਂ ਸਾਇੰਟੀਫਿਕ ਨੌਲੇਜ ਇਹਨਾਂ ਨੂੰ ਜਦੋਂ ਪਤਾ ਲੱਗੀ। ਜਿਹੜਾ ਕੰਪਾਸ ਸੀਗਾ ਉਹ ਛੋਟਾ ਜਿਹਾ ਇੰਸਟਰੂਮੈਂਟ ਜਦੋਂ ਇਹਨਾਂ ਨੇ ਬਣਾਇਆ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਸੀ ਰੂਟ ਲੱਭਣੇ ਸਟਾਰਟ ਕਰਤੇ, ਤਾਂ ਕਿ ਸਾਨੂੰ ਲੈਂਡ ਰੂਟ ਤੋਂ ਨਾ ਜਾਣਾ ਪਵੇ, ਕਿਉਂਕਿ ਅਰਬ ਲੋਕਾਂ ਨੇ ਉਹਦੀ ਜਿਹੜੀ ਸਿਸਟਮ ਸੀਗਾ ਮੋਨੋਪੋਲਾਈਜ਼ ਕਰਤਾ ਸੀਗਾ, ਮਰਚੈਂਟ ਸਿਸਟਮ ਦਾ ਸਾਰਾ। ਤੇ ਯੂਰੋਪੀਅਨ ਨੇ ਆਪਣੇ ਆਪ ਨੂੰ ਇੰਡੀਆ ਦੇ ਨਾਲ ਜੋੜਨ ਵਾਸਤੇ ਇਹਨਾਂ ਨੇ ਸਾਰਾ ਐਕਸਪਲੋਰੇਸ਼ਨ ਕਰਨਾ ਸਟਾਰਟ ਕੀਤਾ, ਜਿਸ ਦੇ ਵਿੱਚ 2 ਦੇਸ਼ ਅੱਗੇ ਨਿਕਲੇ ਸੀਗੇ, ਪੁਰਤਗਾਲ ਤੇ ਸਪੇਨ। ਇਹਨਾਂ ਦੇ ਵਿੱਚ ਟ੍ਰੀਟੀ ਆਫ ਟੈਡੇਸਾਈਲਸ ਜਿਹੜੀ ਹੋਈ ਸੀ, ਉਹਦੇ ਵਿੱਚ ਇਹਨਾਂ ਨੇ ਡਿਸਾਈਡ ਕੀਤਾ ਸੀ ਕਿ ਈਸਟ ਵੱਲ ਜਾਣਗੇ ਪੁਰਤਗਾਲ ਤੇ ਵੈਸਟ ਵੱਲ ਜਾਣਗੇ ਜਿੰਨੇ ਵੀ ਵੈਸਟ ਵੱਲ ਜਾਣਗੇ ਸਪੈਨਿਸ਼। ਤੇ ਉਸ ਤੋਂ ਬਾਅਦ ਪੁਰਤਗਾਲ ਨੇ ਸਭ ਤੋਂ ਪਹਿਲਾਂ ਜਦੋਂ ਸਟਾਰਟਿੰਗ ਕੀਤੀ ਤਾਂ ਤੁਸੀਂ ਦੇਖਿਆ ਹੋਵੇਗਾ, ਵਾਸਕੋ ਪਹਿਲੇ ਜਿਹੜੇ ਪਰਸਨ ਸੀਗੇ ਬੈਲਥੀਮਿਓ, ਉਹਨਾਂ ਨੇ ਜਿਹੜੇ ਪਹਿਲੀ ਕੈਪ ਆਫ ਗੁੱਡ ਹੋਪ ਅਫਰੀਕਾ ਦੇ ਤੱਟ 'ਤੇ ਪਹੁੰਚੇ। ਉਸ ਤੋਂ 10 ਸਾਲ ਬਾਅਦ ਵਾਸਕੋ ਡੀ ਗਾਮਾ ਉਹਦੇ ਮਗਰ ਸਟਾਰਟ ਹੋਇਆ ਤੇ ਕੈਪ ਆਫ ਗੁੱਡ ਹੋਪ ਤੋਂ ਪਹੁੰਚ ਕੇ ਇੰਡੀਆ ਡਾਇਰੈਕਟ 1498 ਈਸਵੀ ਦੇ ਵਿੱਚ ਇੰਡੀਆ ਪਹੁੰਚਿਆ, ਕੈਲੀਕਟ। ਉੱਥੇ ਜੈਮੋਰੀ ਨੇ ਇਹਦਾ ਸਵਾਗਤ ਕੀਤਾ, ਫਰੈਂਡਲੀ ਇਹਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ। ਤੇ ਜੈਮੋਰਿਨ ਜਦੋਂ ਇੱਥੇ ਸਵਾਗਤ ਕਰਦਾ ਹੈ, ਉਸ ਤੋਂ ਬਾਅਦ ਜਿਹੜੇ ਪੁਰਤਗੀਜ਼ ਵੇਖਦੇ ਹੈ ਕਿ ਇੰਡੀਅਨ ਓਸ਼ਨ ਦੇ ਵਿੱਚ, ਕਿਉਂਕਿ ਜਿਹੜਾ ਜੈਮੋਰਿਨ ਦਾ ਜਿਹੜਾ ਰਾਜ ਸੀਗਾ ਇਹ ਬਿਲਕੁਲ ਕੇਰਲਾ ਦੇ ਕੰਢੇ 'ਤੇ ਸੀਗਾ, ਜਿਸ ਦੇ ਕਾਰਨ ਇਹ ਬੜੀ ਹੀ ਜ਼ਿਆਦਾ ਪ੍ਰੋਸਪੈਰਸ ਡਾਇਨੈਸਟੀ ਸੀਗੀ, ਠੀਕ ਹੈ ਜੀ। ਉਸ ਤੋਂ ਬਾਅਦ ਵਾਸਕੋ ਡੀ ਗਾਮਾ ਜਿਹੜੇ ਪੁਰਤਗੀਜ਼ ਸੀਗੇ, ਇਹਨਾਂ ਦਾ ਕਹਿੰਦੇ ਇਹਨਾਂ ਦੇ ਦਿਲ ਦੇ ਵਿੱਚ ਆ ਗਈ ਕਿ ਆਪਾਂ ਇਸ ਜਿਹੜਾ ਏਰੀਆ ਹੈ ਇੰਡੀਅਨ ਓਸ਼ਨ ਵਾਲਾ, ਕਿਉਂ ਨਾ ਆਪਾਂ ਇਸ ਨੂੰ ਮੋਨੋਪੋਲਾਈਜ਼ ਕਰ ਦਈਏ। ਤਾਂ ਇਹਨਾਂ ਨੇ ਇੱਥੇ ਕੀ ਕਰਨਾ ਸਟਾਰਟ ਕਰਤਾ, ਈਸਟ ਇੰਡੀਆ ਕੰਪਨੀ ਆਪ ਦੀ ਬਣਾਈ, ਤੇ ਇਸ ਤੋਂ ਬਾਅਦ ਇੱਥੇ ਆਪਣੀ ਇਸਟੈਬਲਿਸ਼ਮੈਂਟ ਫੈਕਟਰੀਜ਼ ਲਗਾਉਣਾ ਸਟਾਰਟ ਕੀਤਾ। ਪਹਿਲੀ ਫੈਕਟਰੀ ਇਹਨਾਂ ਨੇ ਕੈਲੀਕਟ ਲਗਾਈ, ਕੈਲੀਕਟ ਤੋਂ ਬਾਅਦ ਕੈਨੋਰ, ਇਸ ਤਰ੍ਹਾਂ ਇਹ ਫੈਕਟਰੀਆਂ ਇਸਟੈਬਲਿਸ਼ ਕਰ ਰਹੇ ਨੇ, ਫਿਰ ਇਹਦੀ ਫੋਰਟੀਫਾਈਡ ਕਰ ਰਹੇ ਨੇ। ਉਸ ਤੋਂ ਬਾਅਦ ਪੁਰਤਗਾਲ ਨੇ ਫਿਰ ਗਵਰਨਰਸ ਬਣਾ ਕੇ ਭੇਜੇ ਇੰਡੀਆ ਦੇ ਵਿੱਚ। ਉਹਦੇ ਵਿੱਚ ਪਹਿਲੇ ਵਾਸਕੋ ਡੀ ਗਾਮਾ ਸੀਗਾ, ਉਸ ਤੋਂ ਬਾਅਦ ਅਲਮੇਡਾ ਆ ਗਿਆ। ਹੁਣ ਆਪਾਂ ਅੱਜ ਨੈਕਸਟ ਟੌਪਿਕ ਦੇ ਵਿੱਚ ਇਸ ਤੋਂ ਕਨੈਕਟ ਕਰਦੇ ਹੋਏ ਅਗਲਾ ਟੌਪਿਕ ਵੇਖਦੇ ਹਾਂ। ਹੁਣ ਤੁਹਾਨੂੰ ਦੱਸਿਆ ਵਾਸਕੋ ਡੀ ਗਾਮਾ ਆਇਆ ਸੀਗਾ, ਕੈਬਰਲ ਆਇਆ ਸੀਗਾ, ਅਲਮੇਡਾ ਆਇਆ ਸੀਗਾ। ਇਹ 3 ਲੋਕ ਪੁਰਤਗਾਲ ਤੋਂ ਆ ਚੁੱਕੇ ਨੇ। ਹੁਣ ਇਹਨਾਂ ਨੇ ਫੈਕਟਰੀਆਂ ਇਸਟੈਬਲਿਸ਼ ਕਰ ਲਈਆਂ ਨੇ। ਹੁਣ ਇਹਨਾਂ ਨੂੰ ਵਧਾਉਣ ਵਾਲਾ ਕੰਮ ਹੈ ਉਹ ਨੈਕਸਟ ਗਵਰਨਰ ਦੇ ਉੱਪਰ ਹੈਗਾ, ਜਿਹੜੇ ਪੁਰਤਗੀਜ਼ 'ਤੇ ਹੈਗੇ ਨੇ, ਠੀਕ ਹੈ ਜੀ। ਇਸ ਟੌਪਿਕ ਦੇ ਵਿੱਚ ਆਪਾਂ ਉਹ ਕਵਰ ਕਰਾਂਗੇ। ਹੁਣ ਦੇਖੋ ਜੀ, ਸਾਡੇ ਪੰਜਾਬ ਐਗਜ਼ਾਮ ਦੇ ਆਨਲਾਈਨ ਕੋਰਸਿਸ ਵੀ ਹੈ ਅਵੇਲੇਬਲ ਨੇ। ਜੋ ਸਟੂਡੈਂਟ ਕਰਨਾ ਚਾਹੁੰਦੇ ਨੇ, ਪੰਜਾਬ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਨੇ, ਉਹ ਇਸ ਸਾਡੇ CBC ਐਗਜ਼ਾਮ ਗੁਰੂ ਵੈਬਸਾਈਟ ਦੇ ਉੱਪਰ ਜਾ ਕੇ ਜਾਂ ਉਹਨਾਂ ਦੀ ਐਪਲੀਕੇਸ਼ਨ ਖੋਲ੍ਹ ਕੇ ਤੁਸੀਂ ਇਹਨਾਂ ਦਾ ਕੋਰਸ ਪਰਚੇਜ ਕਰ ਸਕਦੇ ਹੋ। ਗੁਰਲਾਲ ਸਰ ਦੇ ਅੰਡਰ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ। ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਤੇ ਉਸ ਤੋਂ ਬਾਅਦ ਦੇਖੋ ਜੀ, ਇਹ ਪੁਰਤਗਾਲ ਤੇ ਸਪੇਨ ਸੀਗੇ। ਮੈਪ ਦੇ ਵਿੱਚ ਤੁਹਾਨੂੰ ਦਿਖਾ ਦੇਵਾਂ
ਤਾਂ ਇਹ ਸੀਗਾ ਕੈਪ ਆਫ ਗੁੱਡ ਹੋਪ, ਜਿੱਥੋਂ ਇਹਨਾਂ ਨੇ ਟਰੈਵਲ ਕਰਨਾ ਸਟਾਰਟ ਕੀਤਾ ਸੀ ਤੇ ਪਹਿਲਾ ਪਰਸਨ ਇੱਥੇ ਪਹੁੰਚਿਆ ਸੀਗਾ। ਉਸ ਤੋਂ ਬਾਅਦ ਵਾਸਕੋ ਡੀ ਗਾਮਾ ਇਸ ਦੇ ਨਾਲ ਹੋ ਕੇ ਇੱਥੇ ਪਹੁੰਚਿਆ। ਉਸ ਤੋਂ ਬਾਅਦ ਇੱਥੇ ਗੁਜਰਾਤੀ ਪਰਸਨ ਇਹਨੂੰ ਅਬਦੁਲ ਮਾਜ਼ਿਰ ਮਿਲਿਆ, ਉਹ ਪਾਇਲਟ ਇਹਨੂੰ ਲੈ ਕੇ ਇੰਡੀਆ ਇੱਥੇ ਪਹੁੰਚਿਆ। ਉਸ ਤੋਂ ਬਾਅਦ ਇਹ ਸਾਰੀ ਕਹਾਣੀ ਸਟਾਰਟ ਹੁੰਦੀ ਹੈ। ਹੁਣ ਆਪਾਂ ਇਹਦੇ ਅੱਜ ਡਿਸਕਸ ਕਰਾਂਗੇ ਸਾਰਾ, ਠੀਕ ਹੈ ਜੀ। ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਕੀ ਡਿਸਕਸ ਕਰਨਾ ਹੈ, ਇਹਦੇ ਵਿੱਚ ਅਲਫਾਂਸੋ ਦੀ ਅਲਬੁਰਕ ਜਿਹੜਾ ਪਰਸਨ ਸੀਗਾ ਗਵਰਨਰ, ਉਹਦੇ ਬਾਰੇ ਡਿਸਕਸ ਕਰਾਂਗੇ। ਨੀਨੋ ਦਾ ਕੁਨਹਾ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਇਹਨਾਂ ਦੀ ਕਿਹੜੀ ਕੰਡੀਸ਼ਨ ਸੀਗੀਆਂ ਤੇ ਪੁਰਤਗਾਲ ਨੇ ਇੱਥੇ ਆਪਣਾ ਜਿਹੜੀ ਇਸਟੈਬਲਿਸ਼ਮੈਂਟ ਹੈ ਉਹ ਬਹੁਤ ਵਧੀਆ ਕਰ ਲਈ ਸੀ ਤੇ ਉਹਦੇ ਬਾਰੇ ਆਪਾਂ ਦੇਖਾਂਗੇ। ਆਓ ਜੀ ਹੁਣ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਦੀ ਗਵਰਨਰ ਅਲਫਾਂਸੋ ਦੀ ਅਲਬੁਰਕ, ਠੀਕ ਹੈ ਜੀ। ਅਲਬੁਰਕ ਦੇ ਬਾਰੇ ਆਪਾਂ ਪੜ੍ਹਦੇ ਹਾਂ। ਜਿਹੜਾ ਅਲਬੁਰਕ ਸੀਗਾ ਇਹ ਕੀ ਸੀਗਾ ਜੀ, ਇਹਨੇ ਅਲਮੀਡਾ ਨੂੰ ਸਕਸੀਡ ਕੀਤਾ ਸੀਗਾ। ਸਕਸੀਡ ਹੁੰਦਾ ਹੈ ਕਿ ਅਲਮੀਡਾ ਜਦੋਂ ਟਾਈਮ ਇਹਦਾ ਪੂਰਾ ਹੋਇਆ ਤਾਂ ਉਸ ਤੋਂ ਬਾਅਦ ਇਹ ਪਰਸਨ ਆਉਂਦਾ ਹੈ, ਗਵਰਨਰ ਬਣਦਾ ਹੈ। ਇਹ ਇੰਡੀਆ ਦੇ ਵਿੱਚ ਗਵਰਨਰ ਬਣ ਕੇ ਆਉਂਦਾ ਹੈ। ਹੀ ਵਾਜ਼ ਦਾ ਰੀਅਲ ਫਾਊਂਡਰ ਆਫ ਦਾ ਪੁਰਤਗੀਜ਼ ਪਾਵਰ। ਇਹ ਪਹਿਲਾ ਪਰਸਨ ਸੀਗਾ ਜਿਹਨੇ ਸਹੀ ਤਰੀਕੇ ਦੇ ਨਾਲ ਪੁਰਤਗੀਜ਼ ਨੂੰ ਇਸਟੈਬਲਿਸ਼ ਕੀਤਾ, ਠੀਕ ਹੈ। ਜਿਸ ਤੋਂ ਪਹਿਲੇ ਜਿਹੜੇ ਪਰਸਨ ਸੀਗੇ ਉਹ ਕਰ ਰਹੇ ਸੀ, ਫੈਕਟਰੀਆਂ ਲਗਾਈਆਂ ਸੀ, ਪਰ ਸਹੀ ਤਰੀਕੇ ਨਾਲ ਇਹਨੂੰ ਜਿਹੜੀ ਨੈਵਲ ਬੇਸਿਸ ਹੈ, ਫੋਰਟੀਫਿਕੇਸ਼ਨ ਕਰਨਾ, ਜਿੰਨੇ ਵੀ ਜਿਹੜੇ ਲੋਕ ਇੰਡੀਅਨ ਓਸ਼ਨ ਦੇ ਵਿੱਚ ਵਪਾਰ ਕਰ ਰਹੇ ਸੀ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ख़त्म ਕਰਨਾ ਜਿਹੜਾ ਕੰਮ ਸੀਗਾ ਉਹ ਅਲਬੁਰਕ ਨੇ ਕੀਤਾ ਸੀਗਾ। ਇਹ ਤੁਸੀਂ ਯਾਦ ਰੱਖਣਾ। ਇਹਦੀ ਡੈਥ ਤੋਂ ਪਹਿਲਾਂ ਇਹਨੇ ਸਾਰਾ ਇਹ ਕੰਮ ਕਰਤਾ ਸੀਗਾ, ਇਸ ਲਈ ਇਹਨੂੰ ਰੀਅਲ ਫਾਊਂਡਰ ਆਫ ਇੰਡੀਆ ਦੇ ਵਿੱਚ ਪੁਰਤਗੀਜ਼ ਦਾ ਇਹਨੂੰ ਮੰਨਿਆ ਜਾਂਦਾ ਹੈ। ਹੀ ਸਿਕਿਉਰਡ ਦੀ ਪੁਰਤਗੀਜ਼ ਸਟ੍ਰੈਟੇਜਿਕ ਕੰਟਰੋਲ ਓਵਰ ਦਾ ਇੰਡੀਅਨ ਓਸ਼ਨ ਤੇ ਇਸਟੈਬਲਿਸ਼ ਦੀ ਓਵਰਲੁਕਿੰਗ ਦੀ ਐਂਟਰੈਂਸ ਆਫ ਦਾ ਸੀ। ਇਹਨੇ ਜਿਹੜਾ ਇੰਡੀਅਨ ਓਸ਼ਨ ਸੀਗਾ, ਮੈਂ ਤੁਹਾਨੂੰ ਮੈਪ ਦੇ ਵਿੱਚ ਦਿਖਾਉਣਾ। ਦੇਖੋ ਜੀ, ਆਹ ਇੰਡੀਅਨ ਓਸ਼ਨ ਸੀਗਾ। ਇਹਨਾਂ ਨੇ ਇੱਥੇ ਵੀ ਕਬਜ਼ੇ ਕੀਤੇ ਸੀਗੇ ਇਹ ਸਾਰੇ। ਇੱਥੇ ਅਦਾਨ ਦੀ ਖਾੜੀ, ਇਹ ਫਾਰਸ ਤੇ ਉਸ ਤੋਂ ਬਾਅਦ ਮਲੱਕਾ ਸਟੇਟ ਤੇ ਇੰਡੀਅਨ ਓਸ਼ਨ, ਜਿੱਥੇ ਐਂਟਰੀ ਹੁੰਦੀ ਹੈ ਉੱਥੇ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਆਪਣਾ ਸਿਸਟਮ ਇਸ ਇੰਡੀਅਨ ਓਸ਼ਨ ਨੂੰ ਕੰਟਰੋਲ ਕਰ ਲਿਆ ਸੀਗਾ। ਤੇ ਉਸ ਦੇ ਵਿੱਚ ਇਹਨਾਂ ਨੇ ਕਾਫੀ ਬਲੂ ਵਾਟਰ ਪਾਲਿਸੀ ਮੈਂ ਤੁਹਾਨੂੰ ਪਿਛਲੀ ਵੀ ਦੱਸੀ ਸੀਗੀ, ਉਹਦੇ ਵਿੱਚ ਇਹਨਾਂ ਨੇ ਡਿਸਕਸ ਕੀਤਾ ਮੈਂ ਪ੍ਰੀਵੀਅਸ ਲੈਕਚਰ ਦੇ ਵਿੱਚ। ਉਸ ਨੂੰ ਤੁਸੀਂ ਨਹੀਂ ਵੇਖਿਆ ਤਾਂ ਤੁਸੀਂ ਵੇਖ ਲਓ। ਉਸ ਤੋਂ ਬਾਅਦ ਇਹਦੇ ਵਿੱਚ ਸਾਰਾ ਇਹਨਾਂ ਨੇ ਡਿਸਕਸ ਕੀਤਾ ਸੀਗਾ, ਠੀਕ ਹੈ ਜੀ। ਇਹਨਾਂ ਨੇ ਸਾਰਾ ਕਬਜ਼ਾ ਕਰ ਲਿਆ ਸੀਗਾ। ਉਸ ਦੇ ਵਿੱਚ ਜਿਹੜੇ ਇੰਡੀਅਨ ਓਸ਼ਨ ਦੇ ਵਿੱਚ ਲੋਕ ਆਉਂਦੇ ਸੀ ਵਪਾਰ ਕਰਨਾ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਇੱਥੋਂ ਭਜਾਤਾ। ਇੱਥੇ ਪੂਰੀ ਤਰ੍ਹਾਂ ਨਾਲ ਮੋਨੋਪੋਲਾਈਜ਼ ਕਰ ਲਿਆ ਸਿਸਟਮ। ਹੁਣ ਅੱਗੇ ਵੇਖੇਗਾ ਕਿਵੇਂ ਜਿਹੜੇ ਛੋਟੇ ਮੋਟੇ ਪਰਸਨ ਹਜੇ ਵੀ ਰਹਿ ਗਏ ਸੀ ਤੇ ਉਹਨਾਂ ਨੂੰ ਵੀ ਇਹਨਾਂ ਨੇ ਕਿੱਦਾਂ ਬਿਲਕੁਲ ਖ਼ਤਮ ਕਰਤਾ। ਉਹ ਹੁਣ ਜਿਹੜਾ ਅਲਬੁਰਕ ਹੈ ਉਹ ਕਰੇਗਾ, ਉਸ ਦੇ ਬਾਰੇ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਉਸ ਤੋਂ ਬਾਅਦ ਇਹਨੇ ਕੀ ਕੀਤਾ, ਦੇਰ ਆਰ ਪੁਰਤਗੀਜ਼ ਸਟਰੋਂਗ ਹੋਲਡ ਦੀ ਈਸਟ ਅਫਰੀਕਾ ਆਫ ਦਾ ਰੈਡ ਸੀ, ਔਰਮਜ਼, ਮਾਲਾਬਾਰ, ਕੰਟਰੋਲ ਮਲੱਕਾ। ਇਹ ਸਾਰੇ ਕੰਟਰੋਲ ਕਰ ਲਏ ਸੀ ਅਲਫਾਂਸੋ ਦੇ ਦੁਆਰਾ, ਠੀਕ ਹੈ ਜੀ। ਅਲਬੁਰਕ ਦੇ ਦੁਆਰਾ ਇਹ ਸਾਰੇ ਕੰਟਰੋਲ ਕਰ ਲਏ ਸੀ ਇੰਡੀਅਨ ਓਸ਼ਨ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੁਰਤਗੀਜ਼ ਅੰਡਰ ਦਾ ਅਲਬੁਰਕ ਬਲਸਟਡ ਦੇਅਰ ਦਾ ਸਟਰੋਂਗ ਹੋਲਡ ਇਨ ਇੰਟਰੋਡਿਊਸਿੰਗ ਦਾ ਪਰਮਿਟ ਸਿਸਟਮ। ਹੁਣ ਇਹਨਾਂ ਨੇ ਸਭ ਤੋਂ ਜਿਹੜਾ ਵੱਡਾ ਸਿਸਟਮ ਇਹ ਸੀਗਾ ਕਿ ਇੰਡੀਅਨ ਓਸ਼ਨ ਦੇ ਵਿੱਚ ਇਹਨਾਂ ਦੇ ਵਿੱਚ ਕੰਟਰੋਲ ਦੇ ਵਿੱਚ ਆ ਚੁੱਕਿਆ ਸੀਗਾ। ਹੁਣ ਜੋ ਪਰਸਨ ਇੰਡੀਆ ਦੇ ਵਿੱਚ ਇੰਡੀਅਨ ਓਸ਼ਨ ਦੇ ਵਿੱਚ ਟਰੈਵਲ ਕਰਨਾ ਚਾਹੁੰਦਾ ਹੈ, ਵਪਾਰ ਕਰਨਾ ਚਾਹੁੰਦਾ ਹੈ, ਤਾਂ ਉਹ ਇਹ ਪਰਮਿਟ ਇਹਨਾਂ ਤੋਂ ਲਵੇ। ਈਸਟ ਇੰਡੀਆ ਜਿਹੜੀ ਇਹਨਾਂ ਦਾ ਪੁਰਤਗੀਜ਼ ਤੋਂ ਪਰਮਿਟ ਲਏਗਾ। ਇਹ ਪਰਮਿਟ ਸਿਸਟਮ ਇਹਨਾਂ ਨੇ ਲਾਗੂ ਕੀਤਾ ਜਿਹਨੂੰ ਆਪਾਂ ਟੋਕਨ ਸਿਸਟਮ ਬੋਲਦੇ ਹਾਂ। ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਦਬਦਬਾ ਸੀਗਾ ਹੋਰ ਵੱਧ ਗਿਆ। ਜੇ ਮੰਨ ਲਓ ਕੋਈ ਪਰਸਨ ਇਹ ਪਰਮਿਟ ਲੈ ਕੇ ਨਹੀਂ ਉਹਨੂੰ ਵਪਾਰ ਕਰ ਰਿਹਾ ਤੇ ਉਹਦੀ ਸ਼ਿਪਸ ਦੇ ਉੱਪਰ ਇਹਨਾਂ ਦੀ ਕੈਨਨਸ ਦੇ ਦੁਆਰਾ ਇਹਨਾਂ ਦੇ ਤੋਪ ਲੱਗੀਆਂ ਹੁੰਦੀਆਂ ਸੀ। ਕਾਫੀ ਇਹਨਾਂ ਦੇ ਐਡਵਾਂਸ ਹਥਿਆਰ ਸੀਗੇ ਜਿਨ੍ਹਾਂ ਤੋਂ ਇਹ ਕੀ ਕਰਦੇ ਸੀ, ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਸੀ। ਤਾਂ ਕਰਕੇ ਇਹਨਾਂ ਦਾ ਪੂਰਾ ਦਬਦਬਾ ਇੰਡੀਅਨ ਓਸ਼ਨ ਦੇ ਵਿੱਚ ਇੰਟਰੋਡਿਊਸ ਕੀਤਾ ਹੋਇਆ ਸੀਗਾ ਇਹਨਾਂ ਨੇ। ਤੇ ਇਹ ਸਾਰਾ ਕੰਮ ਜਿਹੜਾ ਅਲਬੁਰਕ ਦੇ ਦੁਆਰਾ ਕੀਤਾ ਜਾ ਰਿਹਾ ਹੈ, ਠੀਕ ਹੈ ਜੀ। ਨੋਨ ਅਵੇਲੇਬਿਲਿਟੀ ਆਫ ਦਾ ਟਿੰਬਰ ਇਨ ਦੀ ਗਲਫ ਔਰ ਰੈਡ ਸੀ ਰੀਜਨ ਆਫ ਦਾ ਸ਼ਿਪ ਬਿਲਡਿੰਗ। ਹੁਣ ਮੇਨ ਕੰਮ ਕੀ ਹੈ ਜੀ, ਪਰਸਨ ਦਾ ਵਪਾਰ ਉਦੋਂ ਕਰਨਗੇ ਜਦੋਂ ਉਹਨਾਂ ਕੋਲ ਸ਼ਿਪ ਬਿਲਡਿੰਗ ਦੇ ਵਾਸਤੇ ਜਿਹੜੀ ਹਲਕੀ ਲੱਕੜ ਹੁੰਦੀ ਹੈ, ਵੁੱਡ ਹੁੰਦੀ ਹੈ, ਉਹ ਮਿਲੇਗੀ। ਉਹਨਾਂ ਦੇ ਉੱਪਰ ਇਹਨਾਂ ਨੇ ਕੀ ਕੀਤਾ ਜੀ, ਕਿਉਂਕਿ ਇਹਨਾਂ ਨੇ ਸਾਰੇ ਕੋਸਟਲ ਏਰੀਆ ਇੰਡੀਅਨ ਓਸ਼ਨ ਦੇ ਵਿੱਚ ਜਿੰਨੇ ਵੀ ਜਿਹੜੇ ਦੇਸ਼ ਸੀਗੇ ਸਾਰੇ ਕੋਸਟਲ ਏਰੀਆ ਇਹਨਾਂ ਨੇ ਕਬਜ਼ੇ ਕਰ ਲਏ ਸੀਗੇ। ਉਸ ਤੋਂ ਬਾਅਦ ਉੱਥੇ ਦੇ ਜਿੰਨੀਆਂ ਵੀ ਟਿੰਬਰਸ ਹੁੰਦੀਆਂ ਨੇ ਜਿਹੜੀ ਗਲਫ ਰੀਜਨ ਦੇ ਵਿੱਚ ਤੇ ਰੈੱਡ ਸੀ ਦੇ ਵਿੱਚ ਜਿੰਨਾ ਵੀ ਸੀਗਾ ਉਹ ਸਾਰਿਆਂ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਲਿਆ ਸੀਗਾ। ਤੇ ਉਹਨਾਂ ਦਾ ਮੇਨ ਆਬਜੈਕਟਿਵ ਸੀਗਾ ਕਿ ਜੇ ਆਪਾਂ ਇਹਨਾਂ ਨੂੰ ਇਹ ਚੀਜ਼ਾਂ ਪ੍ਰੋਵਾਈਡ ਹੀ ਨਾ ਕਰਨ ਦੀਏ, ਸ਼ਿਪ ਬਣੇਗੀ ਨਹੀਂ, ਸ਼ਿਪ ਨਹੀਂ ਬਣੇਗੀ ਤੇ ਇਹ ਟਰੈਵਲ ਨਹੀਂ ਕਰਨਗੇ। ਤਾਂ ਇਹਨਾਂ ਦਾ ਇਸ ਕਰਕੇ ਵੀ ਇਹਨਾਂ ਦਾ ਫਾਇਦਾ ਹੋਇਆ ਸੀਗਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਅਲਬੁਰਕ ਦੇ ਅਕਵਾਇਰਡ ਦਾ ਗੋਆ ਅਕਵਾਇਰ ਕੀਤਾ। ਕਾਰਨ ਕੀ ਸੀਗਾ ਜੀ, ਦੇਖੋ ਇੱਕ ਨੇ ਸੁਲਤਾਨ ਸੀਗੇ ਜੀ ਬੀਜਾਪੁਰ ਦੇ। ਉਹਨਾਂ ਦਾ ਕੰਮ ਕੀ ਸੀਗਾ, ਉਹਨਾਂ ਦਾ ਜਿਹੜਾ ਬੀਜਾਪੁਰ 1510 ਦੇ ਵਿੱਚ ਇਹਨਾਂ ਨੇ ਗੋਆ ਐਕਵਾਇਰ ਕਰ ਲਿਆ ਸੀਗਾ ਬੀਜਾਪੁਰ ਦੇ ਸੁਲਤਾਨ ਨੂੰ ਹਰਾ ਕੇ। ਹੁਣ ਕਾਰਨ ਕੀ ਸੀਗਾ,
ਪ੍ਰਿੰਸੀਪਲ ਜਿਹੜਾ ਗੋਆ ਜਦੋਂ ਇਹਨਾਂ ਨੇ ਕਹਿੰਦੇ ਆਪਣੀ ਅਕਵਾਇਰ ਕੀਤਾ ਤਾਂ ਉਸ ਨੂੰ ਪ੍ਰਿੰਸੀਪਲ ਪੋਰਟ ਬਣਾ ਲਿਆ ਬੀਜਾਪੁਰ। ਤੇ ਇਹ ਜਿਹੜਾ ਗੋਆ ਪਹਿਲਾ ਜਿਹੜੀ ਟੈਰੀਟਰੀ ਹੈ ਇੰਡੀਆ ਦੀ, ਜਿਹੜੀ ਪੁਰਤਗੀਜ਼ ਦੇ ਅੰਡਰ ਆਈ ਤੇ ਜਿਹਨੂੰ ਇਹਨਾਂ ਨੇ ਹਰਾ ਕੇ ਕਿਸੇ ਰਾਜੇ ਨੂੰ, ਇੰਡੀਆ ਦੇ ਰਾਜੇ ਨੂੰ ਹਰਾ ਕੇ, ਕਿਉਂਕਿ ਪਹਿਲਾਂ ਤਾਂ ਇਹ ਪਰਮਿਸ਼ਨਾਂ ਮੰਗਦੇ ਸੀਗੇ, ਹੁਣ ਇਹਨਾਂ ਨੇ ਰਾਜੇ ਨੂੰ ਹਰਾਇਆ, ਉਸ ਤੋਂ ਬਾਅਦ ਇਹਨਾਂ ਨੇ ਗੋਆ ਜਿੱਤ ਲਿਆ। ਠੀਕ ਹੈ ਜੀ। ਤੇ ਗੋਆ ਨੂੰ ਆਪਣੀ ਪ੍ਰਿੰਸੀਪਲ ਪੋਰਟਸ ਬਣਾ ਲਿਆ। ਉਸ ਤੋਂ ਬਾਅਦ ਇਹ ਜਿਵੇਂ ਕਹਿੰਦੇ ਨਾ ਸਿਕੰਦਰ ਨੇ ਆ ਕੇ ਹਮਲਾ ਕੀਤਾ ਸੀ, ਉਸ ਟਾਈਮ ਤੋਂ ਲੈ ਕੇ ਪੁਰਤਗੀਜ਼ ਦੇ ਜਿਹੜੇ 2000 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਯੂਰੋਪੀਅਨ ਨੇ ਇੰਡੀਆ ਦੀ ਧਰਤੀ ਨੂੰ ਆਪਣਾ ਕੈਪਚਰ ਕੀਤਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਭ ਤੋਂ ਇੰਟਰਸਟਿੰਗ ਗੱਲ ਇਹ ਸੀਗੀ ਇਸ ਦੇ ਜਿਹੜੇ ਇਸ ਪਰਸਨ ਦੀ, ਜਿਹੜਾ ਅਲਬੁਰਕ ਸੀਗਾ, ਇਹਨੇ ਕੀ ਕੀਤਾ ਸੀਗਾ, ਜਦੋਂ ਇਹ ਗੋਆ ਦੇ ਵਿੱਚ ਇਹਨੇ ਬਹੁਤ ਵਧੀਆ ਤਰੀਕੇ ਨਾਲ ਉੱਥੇ ਇਸਟੈਬਲਿਸ਼ਮੈਂਟ ਕੀਤੀ ਤਾਂ ਇਹਨਾਂ ਨੇ ਕੀ ਕੀਤਾ ਜੀ, ਉੱਥੇ ਸਤੀ ਪ੍ਰਥਾ ਜਿਹੜੀ ਹੁੰਦੀ ਸੀ, ਜਿਹੜਾ ਤੁਹਾਨੂੰ ਪਤਾ ਹੋਏਗਾ, ਸਤੀ ਪ੍ਰਥਾ ਅਬੋਲਿਸ਼ ਕਰਤੀ ਸੀ ਇਹਨਾਂ ਦੇ ਰੂਲ ਦੇ ਵਿੱਚ। ਠੀਕ ਹੈ ਜੀ। ਤੇ ਆਈ ਹੋਪ ਕਿ ਤੁਹਾਨੂੰ ਇਹ ਅਲਬੁਰਕ ਦੇ ਬਾਰੇ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਪੁਰਤਗੀਜ਼ ਤਾਂ ਆਏ ਸੀਗੇ ਜੀ ਇੱਕ ਟਰੈਵਲਰ ਬਣ ਕੇ, ਵੋਇਕਸ ਬਣ ਕੇ ਆਏ ਸੀਗੇ ਇੰਡੀਆ ਦੇ ਵਿੱਚ, ਇੱਕ ਯਾਤਰੀ, ਜਲ ਸਮੁੰਦਰੀ ਯਾਤਰੀ ਬਣ ਕੇ ਆਏ ਸੀ। ਜਦੋਂ ਇੱਥੇ ਪਹੁੰਚਦੇ ਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ, ਇੱਥੇ ਸਟੇ ਕਰ ਲੈਂਦੇ ਆ। ਸਟੇ ਕਰਨ ਤੋਂ ਬਾਅਦ ਇੰਡੀਆ ਦੇ ਵਿੱਚ ਇਹਨੇ ਅਲਬੁਰਕ ਨੇ ਇਹ ਵੀ ਕਿਹਾ ਸੀਗਾ, ਜੇ ਇੰਡੀਆ ਦੇ ਵਿੱਚ ਪੈਰ ਜਮਾਉਣੇ ਆ ਤਾਂ ਇੰਡੀਆ ਦੇ ਵਿੱਚ ਵਿਆਹ ਕਰਵਾਓ, ਲੋਕਲਸ ਵਾਈਫਸ ਜਿਹੜੀਆਂ ਹੁੰਦੀਆਂ ਉੱਥੋਂ ਤੁਸੀਂ ਵਿਆਹ ਕਰਵਾਓ ਤੇ ਇੱਥੇ ਇੰਡੀਆ ਦੇ ਵਿੱਚ ਸਟੇਬਲ ਹੋ ਜਾਓ। ਤੇ ਇਹ ਇਹਦੀ ਨੀਤੀ ਜਿਹੜੀ ਹੈ, ਇਹ ਕਹਿੰਦੇ ਆ ਵੀ ਇੰਡੀਆ ਇਤਿਹਾਸਕਾਰ ਤਾਂ ਇਹਨੂੰ ਗਲਤ ਕਹਿਣਗੇ, ਬਟ ਇਹਨਾਂ ਦੇ ਅਕੋਰਡਿੰਗ ਇਹ ਸਹੀ ਸੀਗਾ। ਠੀਕ ਹੈ ਜੀ। ਇਨ ਗੋਆ ਦੀ ਪ੍ਰੋਵਿੰਸ ਨਾਰਥ ਸਾਈਡ ਇਸਟੈਬਲਿਸ਼ ਦੀ, ਜਦੋਂ ਇਹਨਾਂ ਨੇ ਗੋਆ ਕੈਪਚਰ ਕਰ ਲਿਆ ਤੇ ਆਪਣੇ ਆਪ ਨੂੰ ਉੱਥੇ ਇਹਨਾਂ ਨੇ ਲੈਂਡ ਲੋਰਡਸ ਜਿਹੜੇ ਹੁੰਦੇ ਨੇ, ਬਹੁਤ ਵੱਡੇ ਘਰਾਣੇ ਦੇ ਜਿਹੜੇ ਲੋਕ ਸੀ, ਆਪਣੇ ਆਪ ਨੂੰ ਇੱਦਾਂ ਪੇਸ਼ ਕੀਤਾ ਇਹਨਾਂ ਨੇ ਵਿਲੇਜ ਦੇ ਵਿੱਚ, ਬਹੁਤ ਵੱਡੀਆਂ ਜਗੀਰਾਂ ਇਹਨਾਂ ਨੇ ਖਰੀਦ ਲੀਆਂ। ਉਸ ਤੋਂ ਬਾਅਦ ਉੱਥੇ ਬਿਲਡਿੰਗਸ, ਰੋਡਸ ਬਣਾਉਣੀਆਂ ਅਲਬੁਰਕ ਨੇ ਸਟਾਰਟ ਕੀਤੀਆਂ, ਇਰੀਗੇਸ਼ਨ ਵਰਕਸ ਕਰਵਾਏ ਉਸ ਸ਼ਹਿਰਾਂ ਦੇ ਵਿੱਚ। ਇੰਟਰੋਡਿਊਸਿੰਗ ਦੀ ਨਿਊ ਕ੍ਰੌਪਸ, ਜਿਹੜੀ ਫਸਲਾਂ ਜਿਹੜੀਆਂ ਸੀਗੀਆਂ, ਜਿਹੜੀਆਂ ਪੁਰਤਗੀਜ਼ ਦੇ ਵਿੱਚ, ਕਿਉਂਕਿ ਐਡਵਾਂਸ ਸਿਟੀ ਸੀਗੀ, ਐਡਵਾਂਸ ਕੰਟਰੀ ਸੀ ਉਸ ਟਾਈਮ ਦੇ ਹਿਸਾਬ ਨਾਲ, ਤੇ ਇਹਨਾਂ ਨੇ ਜਿਹੜਾ ਮਲਟੀਪਲ ਕ੍ਰੌਪ ਜਿਹੜੀ ਬੀਜਣ ਦਾ ਜਿਹੜਾ ਸਿਸਟਮ ਸੀਗਾ, ਤੰਬਾਕੂ ਇੰਟਰੋਡਿਊਸ ਕੀਤਾ, ਕੈਸ਼ੂ ਜਿਹੜੇ ਨਟ ਹੁੰਦੇ ਨੇ ਉਹ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੇ। ਉਸ ਤੋਂ ਬਾਅਦ ਬੈਟਰ ਪਲਾਂਟੇਸ਼ਨ ਆਫ ਵਰਾਇਟੀਜ਼, ਡਿਫਰੈਂਟ ਤਰ੍ਹਾਂ ਦੀ ਵਰਾਇਟੀਜ਼ ਲੈ ਕੇ ਆਏ ਹੈ ਇੰਡੀਆ ਦੇ ਵਿੱਚ, ਕੋਕੋਨਟ। ਉਸ ਤੋਂ ਬਾਅਦ ਪਲਾਂਟ ਜਿਹੜੀ ਹੈ ਲਾਰਜ ਨੰਬਰ ਦੇ ਉੱਪਰ, ਤੇ ਇਹਨਾਂ ਨੇ ਇੰਡੀਆ ਦੇ ਵਿੱਚ ਸਟਾਰਟ ਕੀਤਾ ਕੰਮ, ਵਪਾਰ ਕਰਨਾ। ਇਹ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀਆਂ ਸੀਗੀਆਂ ਤਾਂ ਕਿ ਇੱਕ ਪ੍ਰੋਪਰ ਸਿਸਟਮ ਨਾਲ, ਜਿੱਦਾਂ ਲੋਕ ਇੱਥੇ ਘਰਾਂ ਦੇ ਵਿੱਚ ਰਹਿੰਦੇ ਆ, ਉੱਥੇ ਇਹਨਾਂ ਨੂੰ ਇਹ ਨਹੀਂ ਫੀਲ ਹੋ ਰਿਹਾ ਸੀਗਾ ਕਿ ਇਹ ਬਾਹਰ ਤੋਂ ਆਏ ਨੇ। ਇੱਦਾਂ ਅਲਬੁਰਕ ਨੇ ਆਪਣਾ ਸਿਸਟਮ ਇਸਟੈਬਲਿਸ਼ ਕਰ ਲਿਆ ਸੀਗਾ ਗੋਆ ਦੇ ਵਿੱਚ। ਠੀਕ ਹੈ ਜੀ। ਇਨ ਦੀ ਸਿਟੀ ਸੱਚ ਐਜ਼ ਗੋਆ, ਕੋਚਿਨ, ਦੇ ਸੈਟਲ ਦੀ ਆਰਟੀਸਨ। ਹੁਣ ਜਿਹੜੇ ਇਹਨਾਂ ਦੇ ਲੋਕ ਨਾਲ ਆਏ ਸੀਗੇ, ਉਹਨਾਂ ਨੇ ਇੱਕ ਆਰਟੀਸਨ ਹੁੰਦੇ ਨਹੀਂ ਕਿ ਜਿਹੜੇ ਕੋਈ ਵੀ ਚੀਜ਼ ਨੂੰ ਬਣਾਉਣ ਵਾਲੇ ਹੁੰਦੇ ਨੇ, ਕੋਈ ਮੰਨ ਲਓ ਪੇਂਟਿੰਗ ਕਰ ਰਿਹਾ ਕਿਸੇ ਤਰ੍ਹਾਂ, ਆਰਟੀਸਨਸ ਹੁੰਦੇ ਨੇ, ਕਾਰੀਗਰ ਲੋਕ, ਆਪਣੇ ਆਪ ਨੂੰ ਕਾਰੀਗਰ, ਮਾਸਟਰ ਕਰਾਫਟਸ ਲੋਕਾਂ ਦੇ ਅਕੋਰਡਿੰਗ ਇਹਨਾਂ ਨੇ ਆਪਣੇ ਆਪ ਨੂੰ ਟਰੇਡਰ, ਐਜ਼ ਅ ਟਰੇਡਰ ਸ਼ਹਿਰਾਂ ਦੇ ਵਿੱਚ ਇਸਟੈਬਲਿਸ਼ ਕੀਤਾ, ਗੋਆ ਸ਼ਹਿਰ ਦੇ ਵਿੱਚ। ਉਸ ਤੋਂ ਬਾਅਦ ਮੋਸਟ ਆਫ ਸੱਚ ਪੁਰਤਗੀਜ਼ ਕੇਮ ਫਰੋਮ ਲੁੱਕ ਅਪੋਨ ਦੀ ਨਿਊ ਸੈਟਲਮੈਂਟਸ ਰੈਦਰ ਦੈਨ ਦੀ ਪੁਰਤਗੀਜ਼। ਹੁਣ ਜਿਹੜੇ ਲੋਕ ਪੁਰਤਗਾਲ ਤੋਂ ਆਏ ਸੀ, ਜਦੋਂ ਉਹਨਾਂ ਨੂੰ ਕਹਿੰਦੇ ਸੀ ਵੀ ਵਾਪਸ ਪੁਰਤਗਾਲ ਚੱਲੀਏ, ਤਾਂ ਉਹ ਕਹਿੰਦੇ ਸੀ ਨਹੀਂ ਜੀ, ਇਹ ਸਾਡੇ ਲਈ ਸਭ ਤੋਂ ਵਧੀਆ ਸਿਟੀ ਹੈ, ਇੱਥੇ ਇਸਟੈਬਲਿਸ਼ ਹੋਵਾਂਗੇ ਐਜ਼ ਏ ਹੋਮ। ਲੋਕਾਂ ਨੇ ਇਹਨੂੰ ਮੰਨਣਾ ਸਟਾਰਟ ਕਰਤਾ ਸੀਗਾ, ਪੁਰਤਗੀਜ਼ ਦੇ ਲੋਕਾਂ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਗਵਰਨਰ ਦੀ, ਨੀਨੋ ਦਾ ਕੁਨਹਾ। ਹੁਣ ਅਲਮੀਡਾ ਤਾਂ ਵਾਪਸ ਜਾ ਚੁੱਕਿਆ, ਇਹਦੀ ਡੈਥ ਹੋ ਅਲਮੀਡਾ ਦੀ ਗੱਲ ਕਰ ਰਹੇ ਹਾਂ, ਅਲਬੁਰਕ ਦਾ ਵਾਪਸ ਜਾ ਕੇ ਉਹਦੀ ਉੱਥੇ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਨਵੇਂ ਗਵਰਨਰ ਜਿਹੜੇ ਕੁਨਹਾ ਆਉਂਦੇ ਨੇ। ਕੁਨਹਾ ਜਿਹੜਾ ਸੀਗਾ ਅਜ਼ਿਊਮ ਆਫਿਸ ਆਫ ਦਾ ਗਵਰਨਰ ਐਜ਼ ਏ, ਪੁਰਤਗੀਜ਼ ਨੇ ਇਹਨੂੰ ਇੱਥੇ ਇਸਟੈਬਲਿਸ਼ ਕੀਤਾ ਸੀਗਾ। ਇਹਦੇ ਆਉਂਦੇ ਸਾਰੀ ਵਿਦਿਨ 1 ਈਅਰ ਦੇ ਵਿੱਚ ਇਹਨਾਂ ਆਪਣਾ ਜਿਹੜਾ ਹੈੱਡਕੁਆਟਰ ਸੀਗਾ, ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਕੋਚੀ ਦੇ ਵਿੱਚ ਇਹਨਾਂ ਨੇ ਆਪਣੀ ਫੈਕਟਰੀ ਇਸਟੈਬਲਿਸ਼ ਕੀਤੀ ਸੀ, ਉੱਥੋਂ ਇਹਨਾਂ ਨੇ ਆਪਣੀ ਫੈਕਟਰੀ ਨੂੰ ਚੇਂਜ ਕਰਕੇ, ਮਤਲਬ ਉੱਥੋਂ ਹੈੱਡਕੁਆਟਰ ਜਿਹੜਾ ਸੀਗਾ ਉੱਥੋਂ ਚੇਂਜ ਕਰਕੇ ਗੋਆ ਦੇ ਵਿੱਚ ਇਸਟੈਬਲਿਸ਼ ਕਰਤਾ। ਇਹ ਕੁਐਸਚਨ ਬੜੀ ਵਾਰੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਕਿ ਕੌਣ ਪਰਸਨ ਸੀਗਾ ਜਿਹਨੇ ਗੋਆ ਰਾਜਧਾਨੀ ਸ਼ਿਫਟ ਕਰਕੇ ਕੋਚੀਨ ਤੋਂ ਗੋਆ ਲੈ ਕੇ ਆਇਆ ਸੀ, ਕਿਹੜਾ ਗਵਰਨਰ ਸੀਗਾ, ਤੇ 4 ਗਵਰਨਰ ਦੇ ਨਾਮ ਦੇ ਦੂਗਾ, ਤੁਹਾਨੂੰ ਪੁੱਛੇਗਾ ਕੁਐਸਚਨ। ਠੀਕ ਹੈ ਜੀ। ਬਹਾਦਰ ਸ਼ਾਹ ਆਫ ਗੁਜਰਾਤ ਡਿਊਰਿੰਗ ਦੀ ਕਨਫਲਿਕਟ ਆਫ ਦਾ, ਹੁਣ ਕੀ ਸੀਗਾ ਜੀ, ਇਹਨਾਂ ਨੇ ਜੀ ਆਈਲੈਂਡ ਆਫ ਬੇਸਿਨ, ਜਿਹਦੇ ਉੱਪਰ ਅੱਜ ਮੁੰਬਈ ਸ਼ਹਿਰ ਜਿਹੜਾ, ਜਿੱਦਾਂ ਤੁਸੀਂ ਕਹਿ ਸਕਦੇ ਹੋ ਦਮਨ ਐਂਡ ਦਿਊ ਜਿਹੜਾ ਏਰੀਆ ਹੈਗਾ, ਜਿਹੜਾ ਅੱਜ ਤਾਂ ਇਹ ਮਰਜ ਹੋ ਚੁੱਕੇ ਹੈ, ਪਰ ਦਮਨ ਐਂਡ ਦਿਊ ਦੇ ਨੇੜੇ ਜਿਹੜੇ ਛੋਟੇ ਛੋਟੇ ਬੇਸਿਨ ਸੀਗੇ, ਤੁਸੀਂ ਟਾਪੂ ਦੇਖੋਗੇ, ਉਹ ਜਿਹੜੇ ਆਈਲੈਂਡ ਸੀਗੇ ਇਹਨਾਂ ਨੇ ਕਿੱਦਾਂ ਕੀਤੇ ਸੀਗੇ, ਕਿਉਂਕਿ ਬਹਾਦਰ ਸ਼ਾਹ ਗੁਜਰਾਤ ਜਿਹੜਾ ਇੱਕ ਰੂਲਰ ਸੀਗਾ, ਉਹਦਾ ਜੀ ਕਨਫਲਿਕਟ ਸੀਗਾ ਮੁਗਲ ਐਂਪਰਰ ਹੁਮਾਯੂ ਦੇ ਨਾਲ। ਤੇ ਉਹਦੀ ਜਿਹੜੀ, ਕਿਉਂਕਿ ਇਹਨਾਂ ਨੇ ਸਾਥ ਦਿੱਤਾ ਸੀ, ਕਿਉਂਕਿ ਬਹਾਦਰ ਸ਼ਾਹ ਦਾ ਸਾਥ ਦਿੱਤਾ ਤਾਂ ਕਿ ਹੁਮਾਯੂ ਦੇ ਖਿਲਾਫ, ਦਿੱਲੀ ਦੇ ਵਿੱਚ ਬੈਠੇ ਹੁਮਾਯੂ ਦੇ ਖਿਲਾਫ ਲੜਿਆ ਜਾਵੇ। ਤੇ ਪੁਰਤਗੀਜ਼ ਨੇ ਕੀ ਕੀਤਾ ਜੀ, ਬਹਾਦਰ ਸ਼ਾਹ ਦਾ ਸਾਥ ਦਿੱਤਾ। ਬਹਾਦਰ ਸ਼ਾਹ ਨੇ ਇਹਨੂੰ ਪ੍ਰੋਮਿਸ ਕਰਤਾ, ਇਹਨਾਂ ਨੂੰ ਕਹਿਤਾ ਕਿ ਤੁਸੀਂ
ਤੁਹਾਨੂੰ ਅਗਰ ਮੈਂ ਲੜਾਈ ਜਿੱਤ ਜਾਣਾ ਤਾਂ ਤੁਹਾਨੂੰ ਆਈਲੈਂਡ ਆਫ ਬੇਸਿਨ ਦੇਵਾਂਗਾ, ਦੂਜੇ ਨੰਬਰ ਤੇ ਉੱਥੇ ਦੀ ਜਿਹੜੀ ਡਿਪੈਂਡੈਂਸੀ ਹੈ ਤੇ ਰੈਵਨਿਊ ਸਿਸਟਮ ਤੁਸੀਂ ਕਲੈਕਟ ਕਰ ਸਕਦੇ ਹੋ ਉਹ ਵੀ ਤੁਹਾਨੂੰ ਦਿੱਤੇ ਜਾਣਗੇ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਪ੍ਰੋਮਿਸ ਕੀਤਾ ਬਹਾਦਰ ਸ਼ਾਹ ਨੇ ਕਿ ਤੁਹਾਨੂੰ ਬੇਸ ਆਫ ਦਿਊ ਵੀ ਦਿੱਤਾ ਜਾਏਗਾ, ਤੁਸੀਂ ਦਿਊ ਦੇ ਜਿਹੜਾ ਦਮਨ ਐਂਡ ਦਿਊ ਹੈ ਉੱਥੇ ਤੁਸੀਂ ਆਪਣਾ ਬੇਸ ਵੀ ਬਣਾ ਸਕਦੇ ਹੋ। ਇਸੇ ਗੱਲੋਂ ਤੋਂ ਹੋਇਆ ਕੀ ਸੀਗਾ ਜੀ, ਹੁਮਾਯੂੰ ਗੁਜਰਾਤ ਦੇ ਕਹਿੰਦੇ ਨਾ ਗੁਜਰਾਤ ਦੇ ਦੌਰੇ ਤੇ ਸੀਗਾ ਤੇ ਉਹ ਉੱਥੇ ਜਿਹੜੇ ਬੀਜਾਪੁਰ ਦੇ ਜਿਹੜੇ ਗੁਜਰਾਤ ਦੇ ਜਿਹੜੇ ਲੋਕ ਸੀਗੇ, ਜਿਹੜੇ ਸੁਲਤਾਨ ਸੀਗੇ, ਉਹਨਾਂ ਨੂੰ ਦਬਾਉਣਾ ਚਾਹੁੰਦਾ ਸੀਗਾ। ਪਰ ਬਾਅਦ ਦੇ ਵਿੱਚ ਕੀ ਹੋਇਆ ਜੀ, ਜਿਹੜੇ ਬਹਾਦਰ ਸ਼ਾਹ ਕਹਿ ਰਹੇ ਹਾਂ, ਜਿਹੜੇ ਹੁਮਾਯੂੰ ਸੀਗੇ ਇਹ ਖੁਦ ਆਪਣੇ ਆਪ ਨੂੰ ਵਿਡਰੋ ਕਰ ਲੈਂਦੇ ਆ, ਇਹ ਸਟੇ ਹੀ ਨਹੀਂ ਕਰਦੇ ਗੁਜਰਾਤ ਛੱਡ ਕੇ, ਗੁਜਰਾਤ ਵਾਲਾ ਏਰੀਆ ਆਪਣੇ ਆਪ ਹੀ ਵਿਡਰੋ ਕਰਕੇ ਵਾਪਸ ਚਲੇ ਜਾਂਦੇ ਆ, ਜਿਸ ਤੋਂ ਕਰਕੇ ਜਿਹੜੇ ਬਹਾਦਰ ਸ਼ਾਹ ਸੀਗੇ ਇਹਨਾਂ ਦਾ ਕਨਫਲਿਕਟ ਹੋ ਜਾਂਦਾ ਹੈ ਕਿਹਦੇ ਵਿੱਚ ਜੀ, ਪੁਰਤਗੀਜ਼ ਦੇ ਨਾਲ। ਫਿਰ ਜਿਹੜੇ ਰਿਲੇਸ਼ਨ ਸੀਗੇ ਉਹ ਖਰਾਬ ਹੋ ਜਾਂਦੇ ਨੇ, ਜਿਸ ਦੇ ਕਾਰਨ ਜਿਹੜਾ ਇਹਨਾਂ ਦਾ ਸ਼ਹਿਰ ਸੀਗਾ ਗੋਆ, ਜਿਹੜੇ ਇਹਨਾਂ ਨੇ ਦਮਨ ਐਂਡ ਦਿਊ ਜਿਹੜੇ ਇਹਨੇ ਬੇਸਿਨ ਆਈਲੈਂਡ ਦਿੱਤੇ ਸੀਗੇ, ਉੱਥੇ ਜਿਹੜੀ ਫੈਕਟਰੀਆਂ ਬਣਾਈਆਂ ਸੀ ਜਿਹੜੇ ਉੱਥੇ, ਤੇ ਉੱਥੋਂ ਜਿਹੜੀ ਸੈਟਲਮੈਂਟ ਇਹਨਾਂ ਨੇ ਕੀਤੀ ਹੈ ਟਾਊਨ ਦੇ ਵਿੱਚ ਜਿਹੜੀ ਸੈਟਲਮੈਂਟ ਕੀਤੀ ਸੀ, ਉੱਥੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਕੀ ਹੋ ਗਏ, ਮਤਭੇਦ ਹੋਣੇ ਸਟਾਰਟ ਹੋ ਗਏ। ਤੇ ਉਸ ਤੋਂ ਬਾਅਦ ਕਿਉਂਕਿ ਰਿਲੇਸ਼ਨ ਰਾਜਾ ਦੇ ਹੀ ਖਰਾਬ ਹੋ ਗਏ ਸੀਗੇ, ਤੇ ਜਦੋਂ ਰਾਜਾ ਦੇ ਰਿਲੇਸ਼ਨ ਖਰਾਬ ਹੋ ਗਏ ਜਦੋਂ ਖਰਾਬ ਹੋ ਗਿਆ ਤਾਂ ਲੋਕਾਂ ਨੇ ਕੀ ਕਰਨਾ ਸੀਗਾ, ਤੇ ਰਾਜਾ ਨੇ ਸੋਚਿਆ ਬਹਾਦਰ ਸ਼ਾਹ ਨੇ ਕਿ ਆਪਾਂ ਐਂ ਕਰਦੇ ਹਾਂ ਕਿ ਆਪਾਂ ਵਾਲ ਕੱਢ ਦਿੰਦੇ ਹਾਂ ਵਿਚਾਲੇ, ਤੇ ਬਿਟਵੀਨ ਵਾਲ ਕੱਢ ਦਾਂਗੇ ਤੇ ਇੱਕ ਪਾਸੇ ਇੰਡੀਅਨਸ ਰਹਿਣਗੇ, ਦੂਜੇ ਪਾਸੇ ਪੁਰਤਗੀਜ਼ ਰਹਿਣਗੇ। ਤੇ ਪੁਰਤਗੀਜ਼ ਵਾਲੇ ਜਿਹੜੇ ਪਰਸਨ ਸੀਗੇ ਉਹਨਾਂ ਨੇ ਪੁਰਤਗੀਜ਼ ਨੇ ਜਦੋਂ ਇਹ ਚੀਜ਼ਾਂ ਵੇਖੀਆਂ ਕਿ ਸਾਡੇ ਤਾਂ ਵਪਾਰ ਹੀ ਨਹੀਂ ਹੋਣਗੇ ਲੋਕਾਂ, ਕਿਉਂਕਿ ਵਪਾਰ ਕਰਕੇ ਹੀ ਆਪਣਾ ਟ੍ਰੇਡ ਹੋਊਗਾ, ਇਸ ਚੀਜ਼ ਨੂੰ ਵੇਖ ਕੇ ਪੁਰਤਗੀਜ਼ ਨੇ ਕੀ ਕੀਤਾ ਜੀ, ਬਹਾਦਰ ਸ਼ਾਹ ਨੂੰ ਨੈਗੋਸ਼ੀਏਸ਼ਨ ਵਾਸਤੇ ਮਨਾ ਲਿਆ ਕਿ ਤੁਸੀਂ ਬੈਠ ਕੇ ਗੱਲ ਨੂੰ ਸਮਝਾ ਲੈਂਦੇ ਆ, ਸਮਝੌਤਾ ਕਰ ਲੈਂਦੇ ਆ। ਪੁਰਤਗੀਜ਼ ਨੇ ਇਸ ਚੀਜ਼ ਦਾ ਫਾਇਦਾ ਉਠਾਇਆ। ਇਹਨੇ ਕੀ ਕੀਤਾ ਜੀ, ਦਾ ਕੁਨਹਾ ਨੇ ਜਿਹੜਾ ਸੀਗਾ ਗੁਜਰਾਤ ਦੇ ਕਿੰਗ ਦਾ ਰੂਲਰ ਸੀਗਾ, ਉਹਦੀ ਸ਼ਿਪ ਦੇ ਉੱਪਰ ਬੁਲਾ ਕੇ ਕਿਲਡ ਕਰ ਦਿੱਤਾ, ਉਹਦਾ ਅਸੈਸੀਨੇਸ਼ਨ ਕਰ ਦਿੱਤਾ। ਠੀਕ ਹੈ ਜੀ। ਉਸ ਤੋਂ ਬਾਅਦ ਦਾ ਕੁਨਹਾ ਨੇ ਇਸੇ ਤਰ੍ਹਾਂ ਹੀ ਉਸ ਜਿਹੜੇ ਗੁਜਰਾਤ ਵਾਲੇ ਏਰੀਆ ਨੂੰ ਕੈਪਚਰ ਕਰ ਲਿਆ। ਉਸ ਤੋਂ ਬਾਅਦ ਜਿਹੜਾ ਦਮਨ ਐਂਡ ਦਿਊ ਵਾਲੇ ਏਰੀਆ ਨੂੰ, ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਦਾ ਕੁਨਹਾ ਦੇ ਦੁਆਰਾ ਬੰਗਾਲ ਦੇ ਵਿੱਚ ਵੀ ਟੈਰੀਟਰੀ, ਹੁਗਲੀ ਨਾਮਕ ਜਿਹੜੀ ਟੈਰੀਟਰੀ ਹੈ ਇਹਦੇ ਉੱਪਰ ਵੀ ਹੈੱਡਕੁਆਟਰ ਫੈਲਾਏ ਗਏ, ਉੱਥੋਂ ਵੀ ਇਸਟੈਬਲਿਸ਼ਮੈਂਟ ਕੀਤੀ ਗਈਆਂ। ਇਹ ਇਹਨਾਂ ਦੇ ਕੰਮ ਸੀਗੇ। ਠੀਕ ਹੈ ਜੀ। ਉਸ ਤੋਂ ਬਾਅਦ ਫੇਵਰੇਬਲ ਕੰਡੀਸ਼ਨਾਂ ਦੇ ਬਾਰੇ ਦੇਖ ਲੈਂਦੇ ਹਾਂ ਆਪਾਂ। ਫੇਵਰੇਬਲ ਕੰਡੀਸ਼ਨਾਂ ਕੀ ਸੀਗੀਆਂ ਇੰਡੀਆ ਦੇ ਵਿੱਚ? ਆਪਾਂ ਗੁਜਰਾਤ ਆਪਾਂ ਛੱਡ ਦਈਏ, ਗੁਜਰਾਤ ਦੇ ਵਿੱਚ ਬਹੁਤ ਵਧੀਆ ਰੂਲਰ ਸੀਗੇ, ਉਹ ਜਿਹੜਾ ਅਸੈਸੀਨੇਸ਼ਨ ਤੋਂ ਪਹਿਲੇ ਬਹੁਤ ਵਧੀਆ ਰੂਲਰ ਸੀਗੇ, ਇਹਨਾਂ ਨੂੰ ਉਹਨਾਂ ਮਤਲਬ ਕੰਟਰੋਲ ਸੀਗਾ ਪੁਰਤਗੀਜ਼ ਦੇ ਉੱਪਰ ਫਿਰ ਵੀ। ਬਟ ਜੇ ਆਪਾਂ ਗੁਜਰਾਤ ਨੂੰ ਆਪਾਂ ਛੱਡ ਦਈਏ, ਐਕਸੈਪਟਿੰਗ ਕਰ ਦਈਏ, ਤਾਂ ਨਾਰਦਰਨ ਜਿਹੜਾ ਦਿੱਲੀ ਵਾਲਾ ਏਰੀਆ ਸੀਗਾ, ਜਿਹੜਾ ਨਾਰਦਰਨ ਇੰਡੀਆ ਸੀਗਾ, ਉੱਥੇ ਕੀ ਸੀਗਾ ਜੀ, ਮੈਨੀ ਪਾਵਰਸ, ਛੋਟੀਆਂ ਪਾਵਰਸ ਹੈਗੀਆਂ ਸੀ, ਕਿਉਂਕਿ ਮੁਗਲ ਤਾਂ ਡਿਕਲਾਈਨ ਹੋ ਚੁੱਕਿਆ ਸੀਗਾ, ਮੁਗਲ ਦਾ ਡਿਕਲਾਈਨ ਹੋ ਗਿਆ, ਕਿਉਂਕਿ ਤੁਹਾਨੂੰ ਪਤਾ ਜੀ ਹੁਮਾਯੂੰ ਇੱਕ ਟਾਈਮ ਤੁਹਾਨੂੰ ਪਤਾ ਹੈਗਾ ਸ਼ੇਰ ਸ਼ਾਹ ਸੂਰੀ ਤੇ ਆਪਸ ਦੇ ਵਿੱਚ ਲੜਾਈ ਹੁੰਦੀ ਹੈ, ਤੇ ਦਿੱਲੀ ਦੇ ਤਖਤ ਦੇ ਉੱਪਰ ਇੱਕ ਵਾਰੀ ਇਹਨਾਂ ਦਾ ਇੰਨਾ ਹੁੰਦਾ ਕਿ ਮਤਲਬ ਹੁਮਾਯੂੰ ਆਪਣੀ ਤਖਤ ਛੱਡ ਕੇ ਭੱਜ ਜਾਂਦਾ ਹੈ। ਉਸ ਟਾਈਮ ਦੇ ਉੱਪਰ ਜਿਹੜੀ ਕੀ ਹੈ ਛੋਟੇ ਭਾਗਾਂ 'ਚ ਡਿਵਾਈਡ ਹੋ ਜਾਂਦਾ ਇਹ ਸ਼ਾਸਨ ਉਸ ਟਾਈਮ ਦੇ ਉੱਪਰ। ਤੇ ਨਾਰਦਰਨ ਇੰਡੀਆ ਦੇ ਵਿੱਚ ਕੋਈ ਵੱਡਾ ਸ਼ਾਸਨ, ਕੋਈ ਵੱਡੀ ਸੈਂਟਰ ਪਾਵਰ ਨਹੀਂ ਸੀਗੀ। ਇਸੇ ਤਰ੍ਹਾਂ ਡੈਕਨ ਦੇ ਵਿੱਚ ਜਿਹੜਾ ਬਹਿਮਨੀ ਕਿੰਗਡਮ ਸੀਗਾ, ਬਹਿਮਨੀ ਕਿੰਗਡਮ ਦੇ ਵੀ ਤੁਹਾਨੂੰ ਪਤਾ ਹੈਗਾ ਛੋਟੇ 5 ਭਾਗ ਸੀਗੇ ਇਹਦੇ, ਤੇ ਉਹ ਵੀ ਕੋਈ ਇਹਦੇ ਸਖਤ ਕੋਈ ਪਾਵਰਫੁਲ ਰਾਜੇ ਨਹੀਂ ਸੀਗੇ, ਉਹ ਵੀ ਡਿਵਾਈਡ ਸੀਗੇ ਸਾਊਥ ਦੇ ਅੰਦਰ। ਉਸ ਤੋਂ ਬਾਅਦ ਇਹ ਵੀ ਇਹਨਾਂ ਦੇ ਵਾਸਤੇ ਵਧੀਆ ਕੰਡੀਸ਼ਨ ਸੀ, ਕਿਉਂਕਿ ਇੱਕ ਪਾਸੇ ਮਿਲ ਜਾਂਦੇ ਸੀ ਤੇ ਉਹਨੂੰ ਹਰਾ ਕੇ ਦੂਜੇ ਨੂੰ ਹਰਾ ਦਿੰਦੇ ਸੀ। ਇਸ ਤਰ੍ਹਾਂ ਸਿਸਟਮ ਇਹਨਾਂ ਨੇ ਚੱਲਣਾ ਸਟਾਰਟ ਕੀਤਾ ਸੀਗਾ। ਫਾਰ ਐਂਡ ਫਸਟ ਇੰਪੀਰੀਅਲ ਡਿਕਰੀ ਆਫ ਦਾ ਚਾਈਨੀਜ਼। ਹੁਣ ਜਿਹੜਾ ਇੰਪੀਰੀਅਲ ਸੀਗੇ ਚਾਈਨੀਜ਼, ਆਪਾਂ ਕਹਿੰਦੇ ਵੀ ਚਾਈਨੀਜ਼ ਟਰੈਵਲਰ ਵੀ, ਚਾਈਨੀਜ਼ ਵਾਲੇ ਵੀ ਲੋਕ ਇੱਥੇ ਵਪਾਰ ਕਰਨ ਆਉਂਦੇ ਸੀਗੇ, ਪਰ ਇੰਪੀਰੀਅਲ ਜਿਹੜੇ ਚਾਈਨਾ ਦੇ ਵਿੱਚ ਜਿਹੜਾ ਇੰਪੀਰੀਅਲਿਜ਼ਮ ਹੁੰਦਾ ਕਿ ਰਾਜਾ ਜਿਹੜਾ ਸੀਗਾ ਉਹਨਾਂ ਦੀ ਆਪਣੀ ਪ੍ਰੋਬਲਮ ਚੱਲ ਰਹੀ ਸੀ, ਜਿਸ ਦੇ ਕਾਰਨ ਚਾਈਨੀਜ਼ ਵੱਲੋਂ ਵੀ ਕੋਈ ਇੱਦਾਂ ਦਾ ਰਿਸਪੌਂਸ ਨਹੀਂ ਆਇਆ ਤਾਂ ਕਿ ਉਹ ਵੀ ਆਪਣੀ ਫੈਕਟਰੀਆਂ ਇਸਟੈਬਲਿਸ਼ ਕਰਦੇ, ਕਿ ਉਹ ਵੀ ਇਸ ਤਰ੍ਹਾਂ ਕਰਦੇ, ਤਾਂ ਉਹ ਸਿਸਟਮ ਨਹੀਂ ਸੀਗਾ ਇਹਨਾਂ ਦੇ ਅੰਡਰ। ਠੀਕ ਹੈ ਜੀ। ਤੇ ਉਹਨਾਂ ਕੋਲ ਇੱਦਾਂ ਦੀ ਜਿਹੜੇ ਚਾਈਨੀਜ਼ ਸੀਗੇ ਉਹਨਾਂ ਕੋਲ ਨੈਵੀਗੇਸ਼ਨ ਸਿਸਟਮ ਵੀ ਇੱਦਾਂ ਦੇ ਨਹੀਂ ਸੀਗੇ ਜਿੰਨਾ ਕਿ ਪੁਰਤਗੀਜ਼ ਦੇ ਕੋਲ ਡਿਵੈਲਪ ਜਿਹੜਾ ਸਿਸਟਮ ਸੀਗਾ। ਪੁਰਤਗੀਜ਼ ਕੋਲ ਨੈਵੀ ਵੀ ਵਧੀਆ ਸੀਗੀ, ਨੈਵਲ ਫੋਰਸ ਵਧੀਆ ਸੀਗੀ, ਉਹਨਾਂ ਕੋਲ ਕੈਨਨਸ ਹੈਗੀਆਂ ਸੀਗੀਆਂ। ਦੂਜੇ ਨੰਬਰ 'ਤੇ ਇਹਨਾਂ ਕੋਲ ਵਧੀਆ ਹਥਿਆਰ ਵੀ ਸੀਗੇ, ਗਵਰਨਰ ਵਧੀਆ ਸੀਗੇ, ਇਹਨਾਂ ਦੀ ਮੈਨੇਜਮੈਂਟ ਵਧੀਆ ਸੀਗੀ। ਠੀਕ ਹੈ ਜੀ। ਤੇ ਇਹ ਸਾਰੇ ਸਿਸਟਮ ਸੀਗੇ ਜਿਹੜਾ ਇਹਨਾਂ ਦਾ ਵਧੀਆ ਸੀਗੇ। ਉਸ ਤੋਂ ਬਾਅਦ ਅਰਬ ਮਰਚੈਂਟਸ ਤੇ ਸ਼ਿਪ ਓਨਰਸ ਹੂ ਅੰਟਿਲ ਦੀ ਡੋਮੀਨੇਟਿਡ ਇੰਡੀਅਨ ਓਸ਼ਨ ਦੇ ਨਥਿੰਗ ਟੂ ਮੈਚ ਆਰਗੇਨਾਈਜ਼ ਦੀ ਯੂਨਿਟੀ ਆਫ ਪੁਰਤਗੀਜ਼। ਹੁਣ ਜਿਹੜੇ ਅਰਬਸ ਲੋਕਾਂ ਨੂੰ ਇਹਨਾਂ ਨੇ ਹਰਾਇਆ ਸੀਗਾ, ਕਿਉਂਕਿ ਤੁਹਾਨੂੰ ਪਤਾ ਹੈ ਜੀ ਜਾਪਾਨ, ਚਾਈਨੀਜ਼, ਅਰਬ ਇਹ ਸਾਰੇ ਲੋਕ ਇੰਡੀਅਨ ਓਸ਼ਨ ਦੇ ਵਿੱਚ ਵਪਾਰ ਕਰਦੇ ਸੀ, ਪਰ ਇੱਕ ਬਾਹਰਲੀ ਕੰਪਨੀ ਆਉਂਦੀ ਹੈ, ਪੁਰਤਗੀਜ਼ ਆਉਂਦੀ ਹੈ, ਪੁਰਤਗੀਜ਼ ਨੇ ਇਹਨਾਂ ਸਾਰਿਆਂ ਨੂੰ ਸਫਾਇਆ ਕਰਤਾ।
ਹੁਣ ਇਹ ਜਿਹੜੇ ਲੋਕ ਓਪੋजिट ਵਾਲੇ ਪਰਸਨ ਹੈ ਅਰਬ ਤੁਰਕ ਜਿਹੜੇ ਸਾਰੇ ਸੀਗੇ ਇਹ ਇਹਨਾਂ ਤੋਂ ਖਿਲਾਫ ਇਹ ਕਦੇ ਵੀ ਇਕਜੁੱਟ ਹੋ ਕੇ ਪੁਰਤਗੀਜ਼ ਦੇ ਖਿਲਾਫ ਲੜ ਨਹੀਂ ਪਾਏ ਤੇ ਇਹਨਾਂ ਦੀ ਯੂਨਿਟੀ ਅੱਗੇ ਇਹ ਟਿਕੇ ਹੀ ਨਹੀਂ। ਤੇ ਉਸ ਤੋਂ ਬਾਅਦ ਇਹ ਵੀ ਇਹਨਾਂ ਦੀ ਇੱਕ ਫੇਵਰੇਬਲ ਕੰਡੀਸ਼ਨ ਸੀਗੀ ਉਸ ਟਾਈਮ ਦੇ ਉੱਪਰ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਪੁਰਤਗੀਜ਼ ਨੇ ਕੀ ਕੀਤਾ ਜੀ, ਆਪਣੀ ਜਿਹੜੀ ਸ਼ਿਪ ਸੀਗੀਆਂ ਉਹਨਾਂ ਉੱਪਰ ਕੈਨਨ ਲਗਾਈਆਂ ਹੋਈਆਂ ਸੀ ਤੇ ਇਹ ਕੈਨਨ ਦੇ ਕਾਰਨ ਇਹ ਕੀ ਕਰਦੇ ਸੀ, ਉਹਨਾਂ ਦੀ ਸ਼ਿਪਸ ਜਿਹੜੀਆਂ ਅਦਰ ਹੁੰਦੀਆਂ ਸੀ ਉਹਨਾਂ ਦੇ ਉੱਪਰ ਹਮਲਾ ਕਰ ਦਿੰਦੇ ਸੀ, ਅਟੈਕ ਕਰ ਦਿੰਦੇ ਸੀ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਅੱਜ ਲਈ ਇੰਨਾ ਲੈਕਚਰ ਬਹੁਤ ਹੈ ਜੀ, ਤੇ ਨੈਕਸਟ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਅਸੀਂ ਫਿਰ ਕੰਟੀਨਿਊ ਕਰਾਂਗੇ ਪੁਰਤਗੀਜ਼ ਦੇ ਬਾਰੇ। ਇਹ ਕਾਫੀ ਲੰਬੀ ਸੀਰੀਜ਼ ਹੈ ਤੇ ਇੱਕ ਸਟੋਰੀ ਦੇ ਵਿੱਚ ਤੁਹਾਨੂੰ ਮੈਂ ਸਾਰਾ ਸਮਝਾਇਆ ਹੈ। ਬਾਕੀ ਤੁਸੀਂ ਇਸ ਨੂੰ ਪੇਪਰਾਂ ਦੇ ਵਿੱਚ ਆਪਣੇ ਨੋਟਸ ਬਣਾਉਣੇ ਤਾਂ ਬਣਾ ਸਕਦੇ ਹੋ। ਤੇ ਇਹਦੀ PDF ਵਾਸਤੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਤੁਸੀਂ WhatsApp ਗਰੁੱਪ ਦੇ ਵਿੱਚ ਸਾਡੇ ਜੁਆਇਨ ਹੋ ਜਾਓ। ਤੇ ਤੇ ਤੁਹਾਨੂੰ ਅਗਰ ਲੈਕਚਰ ਵਧੀਆ ਲੱਗੇ ਹੋਏ ਤਾਂ ਤੁਸੀਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਹੈਪੀ ਲਰਨਿੰਗ ਟੂ ਆਲ।